ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਭਾਈ ਗੁਰਦਾਸ ਜੀ ਦੀ ਵਾਰ 19ਵੀਂ ਵਾਰ ਵਾਲਮੀਕ ਬਟਵਾਰੇ ਦੀ ਕਥਾ ਇਸ ਵਾਰ ਦੇ ਅੰਦਰ ਭਾਈ ਗੁਰਦਾਸ ਜੀ ਨੇ ਵਰਣਨ ਕੀਤੀ ਹੈ। ਬਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਝੋ ਤਾੜਾ। ਮਾਰਨ ਨੂੰ ਲੋਚੇ ਕਣਾ ਕੱਢ ਨਾ ਹੰਗ ਹੱਥ ਉਗਾੜਾ, ਸਤਿਗੁਰ ਮਨਵਾ ਰਾਖਿਆ ਹੋਏ ਨਾ ਆਵੇ ਉੱਛੋ ਹਾੜਾ। ਔਗਣ ਸਭ ਪ੍ਰਗਾਸੀਆਂ ਰੋਜ਼ਗਾਰ ਹੈ ਇਹ ਅਸਾਡਾ, ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਹੈ ਕੋਈ ਅਸਾਡਾ। ਕੋੜ ਮੜਾ ਚੌਖੰਨੀਏ ਕੋਈ ਨਾ ਬੇਲੀ ਕਰਦੇ ਝਾੜਾ, ਸੱਚ ਦਰੜਾਈ ਉਦਾਰੀਅਨ ਟੱਪ ਨਿਕੱਥਾ ਉੱਪਰ ਵਾੜਾ। ਗੁਰਮੁਖ ਲੰਘੇ ਪਾਪ ਪਹਾੜਾ। ਭਾਈ ਗੁਰਦਾਸ ਜੀ ਵਰਣਨ ਕਰਦੇ ਹਨ ਵਾਲਮੀਕ ਦੇ ਪ੍ਰਤੀ ਕਿ ਜੰਗਲ ਦੇ ਵਿੱਚ ਰਹਿ ਕੇ ਆਉਂਦੇ ਜਾਂਦੇ ਰਾਹੀ ਮੁਸਾਫਰਾਂ ਨੂੰ ਤੰਗ ਕਰਨਾ ਤੇ ਉਹਨਾਂ ਦੀ ਹੱਤਿਆ ਤੱਕ ਹੋ ਜਾਣੀ। ਬਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ। ਪਿਆਰੀ ਸਾਧ ਸੰਗਤ, ਇਹ ਕੌਤਕ ਰੱਬ ਦਾ ਕਿ ਪਹਿਲਾਂ ਕਿਸ ਤਰ੍ਹਾਂ ਦਾ ਜੀਵਨ, ਬਾਅਦ ਦੇ ਵਿੱਚ ਕਿਸ ਤਰ੍ਹਾਂ ਦਾ ਜੀਵਨ। ਬਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਝੋ ਤਾੜਾ। ਸਤਿਗੁਰੂ ਮਿਲ ਗਏ, ਭਾਵ ਕਿ ਇੱਕ ਦਿਨ ਸਨਕ ਸਨੰਦਨ ਸੰਤ ਕੁਮਾਰ ਬ੍ਰਹਮਾ ਜੀ ਦੇ ਮਾਨਸ ਪੁੱਤਰ, ਜਿਨ੍ਹਾਂ 4 ਰਿਸ਼ੀਆਂ ਦੀ ਮਹਾਰਿਸ਼ੀਆਂ ਦੀ ਸ਼ਾਦੀ ਨਹੀਂ ਹੋਈ, 5-5 ਸਾਲ ਦੀ ਉਮਰ ਦੇ ਅੱਜ ਵੀ ਅਮਰ ਲੋਕ ਹਨ, ਉੱਥੋਂ ਦੀ ਜਾ ਰਹੇ ਸਨ। ਪੈਰਾਂ ਦੇ ਵਿੱਚ ਛੋਟੇ ਛੋਟੇ ਖੜਾਵੇਂ ਪਵੂਏ ਪਾਏ ਹੋਏ ਹਨ, ਹੱਥ ਵਿੱਚ ਕਮੰਡਲ ਹਨ, ਲਗੋਟੀਆਂ ਲਾਈਆਂ ਹੋਈਆਂ ਹਨ, ਸਿਰ ਦੇ ਜੜਾਵਾਂ ਹਨ, ਬੜਾ ਤਪ ਤੇਜ ਹੈ ਮੁੱਖ ਦੇ ਉੱਤੇ। ਜਦੋਂ ਉੱਥੋਂ ਦੀ ਗੁਜਰਨ ਲੱਗੇ ਤਾਂ ਵਾਲਮੀਕ ਆ ਕੇ ਅੱਗੇ ਖੜਾ ਹੋ ਗਿਆ। ਕਹਿੰਦਾ ਹੈ ਕਿ ਕੱਢ ਦੋ ਜੋ ਕੁਛ ਹੈ। ਉਹਨਾਂ ਨੇ ਹੱਸ ਕੇ ਕਿਹਾ ਕਿ ਸਾਡੇ ਕੋਲ ਕੀ ਹੋਵੇਗਾ, ਅਸੀਂ ਸੰਤ ਲੋਕ ਹਾਂ, ਅਸੀਂ ਤਾਂ ਲਗੋਟ ਲਾਏ ਹੋਏ ਹਨ, ਨਾ ਅਸੀਂ ਵਸਤਰ ਪਾਉਂਦੇ ਹਾਂ, ਜੇ ਤੂੰ ਸਾਡੀ ਤਲਾਸ਼ੀ ਲੈਣੀ ਤਾਂ ਲੈ ਲੈ, ਪਰ ਤੂੰ ਇੱਕ ਗੱਲ ਦੱਸ, ਤੂੰ ਇਹ ਕੰਮ ਕਿਸ ਲਈ ਕਰਦਾ ਹਾਂ। ਜਦੋਂ ਵਾਲਮੀਕ ਨੂੰ ਪੁੱਛਿਆ ਤਾਂ ਵਾਲਮੀਕ ਆਖਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਪਾਲਦਾ ਹਾਂ, ਮੈਂ ਉਹਨਾਂ ਨੂੰ ਖਵਾਉਂਦਾ ਹਾਂ। ਅਤੇ ਮੋਹਰਿਓਂ ਆਖਦੇ ਹਨ ਉਹ ਰਿਸ਼ੀ ਕਿ ਜਿਨ੍ਹਾਂ ਨੂੰ ਤੂੰ ਖਵਾਉਂਦਾ ਹੈ ਆਖਰ ਦੇ ਵਿੱਚ ਉਹ ਤੇਰੇ ਕੰਮ ਆਉਣਗੇ ਜਦੋਂ ਤੈਨੂੰ ਨਰਕ ਦੇ ਵਿੱਚ ਜਾਣਾ ਪਵੇਗਾ। ਅਤੇ ਇਹ ਗੱਲ ਸੁਣ ਕੇ ਜੋ ਵਾਲਮੀਕ ਸੀ ਉਸ ਦੇ ਮਨ ਦੇ ਵਿੱਚ ਵਿਚਾਰ ਆਇਆ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਝੋ ਤਾੜਾ। ਮਨ ਦੇ ਵਿੱਚ ਖਿੱਚੋਤਾਣ ਬਣ ਗਈ ਕਿ ਇਹ ਗੱਲ ਸਹੀ ਆਖਦੇ ਹਨ, ਪਰ ਉਹ ਕਹਿੰਦਾ ਹੈ ਕਿ ਮੇਰਾ ਇਹ ਕੰਮ ਹੈ, ਮੈਂ ਤਾਂ ਇਹ ਕਰਨਾ ਹੀ ਕਰਨਾ ਹੈ। ਮਾਰਨ ਨੂੰ ਲੋਚੇ ਕਣਾ ਕੱਢ ਨਾ ਹੰਗ ਹੱਥ ਉਗਾੜਾ, ਪਰ ਮਨ ਵਿੱਚ ਹੈ ਕਿ ਮੈਂ ਇਹਨਾਂ ਨੂੰ ਮਾਰ ਦੇਵਾਂ, ਜੋ ਕੁਛ ਕਮੰਡਲ ਹਨ ਇਹ ਲੈ ਲਵਾਂ। ਅਤੇ ਮਨ ਵਿੱਚ ਅੰਗੋ ਤਾੜਾ ਹੋਇਆ ਹੈ ਕਿ ਮੈਂ ਕਰਾਂ ਕਿ ਨਾ ਕਰਾਂ। ਮਾਰਨ ਨੂੰ ਲੋਚੇ ਕਣਾ ਕੱਢ ਨਾ ਹੰਗ ਹੱਥ ਉਗਾੜਾ, ਹੱਥ ਚੱਕਦਾ ਹੈ ਪਰ ਚੱਕ ਨਹੀਂ ਹੁੰਦਾ। ਸਤਿਗੁਰੂ ਮੰਨਿਆ ਰਾਖਿਆ ਹੋਏ ਨਾ ਆਵੇ ਉੱਛੋ ਹਾੜਾ। ਸਤਿਗੁਰੂ ਦੇ ਵਿੱਚ ਇਹ ਬਲ ਹੈ ਕਿ ਮਨ ਦੀ ਚੱਲਣ ਨਹੀਂ ਦਿੰਦਾ। ਵਾਲਮੀਕ ਦਾ ਮਨ ਕਾਬੂ ਕਰ ਲਿਆ ਉਹਨਾਂ ਨੇ ਕਿ ਉਹ ਸਮਰੱਥ ਸਨ, ਗਿਆਨਵਾਨ ਸਨ। ਹੋਏ ਨਾ ਆਵੇ ਉੱਛੋ ਹਾੜਾ, ਕਿ ਜਿਹੜਾ ਉਹਦੇ ਮਨ ਦੇ ਵਿੱਚ ਪਾਪ ਹੈ ਉਹ ਕਰਨੇ ਨੂੰ ਕਰਦਾ ਹੈ ਪਰ ਉਹਦੇ ਕੋਲ ਹੁੰਦਾ ਨਹੀਂ। ਔਗਣ ਸਭ ਪ੍ਰਗਾਸੀਆਂ ਰੋਜ਼ਗਾਰ ਹੈ ਇਹ ਆ ਸਾਡਾ। ਅਤੇ ਔਗਣ ਆਪਣੇ ਦੱਸ ਦਿੱਤੇ ਕਿ ਮੈਂ ਤਾਂ ਇਸ ਤਰ੍ਹਾਂ ਹੀ ਕਰਦਾ ਹਾਂ ਅਤੇ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦਾ ਹਾਂ, ਮੇਰਾ ਰੁਜ਼ਗਾਰ ਹੈ, ਰੋਜ਼ਗਾਰ ਹੈ ਇਹ ਅਸਾਡਾ। ਅਸਾਡਾ ਇਹ ਰੁਜ਼ਗਾਰ ਹੈ, ਇਹ ਤਾਂ ਮੈਂ ਕਰਨਾ ਹੀ ਕਰਨਾ ਹੈ। ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਹੈ ਕੋਈ ਅਸਾਡਾ। ਉਹ ਰਿਸ਼ੀ ਕਹਿੰਦੇ ਹਨ
ਵੀ ਜੇ ਤੂੰ ਕਰਦਾ ਹੀ ਹੈ ਤੇ ਜਿਹਨਾਂ ਤੂੰ ਜਾ ਕੇ ਖਵਾਉਂਦਾ ਹੈ ਉਹਨਾਂ ਨੂੰ ਪੁੱਛ ਕੇ ਆ ਵੀ ਉਹ ਤੇਰਾ ਸਾਥ ਦੇਣਗੇ। ਤੇ ਵਾਲਮੀਕ ਮੂਹਰੇ ਉਹ ਕਹਿੰਦਾ ਹੈ ਕਿ ਤੁਸੀਂ ਤੇਜ਼ ਬੜੇ ਹੋ, ਮੈਨੂੰ ਘਰ ਨੂੰ ਭੇਜ ਦਿਓ ਕਿ ਪਿੱਛੋਂ ਅਸੀਂ ਛੁੱਟ ਕੇ ਦੌੜ ਜਾਈਏ। ਤੇ ਵਾਲਮੀਕ ਨੂੰ ਆਖਦੇ ਹਨ ਕਿ ਤੂੰ ਇਸ ਤਰ੍ਹਾਂ ਕਰ ਵੀ ਸਾਨੂੰ ਰੱਸੇ ਨਾਲ, ਇਹ ਦਰਖਤ ਨਾਲ ਬੰਨ੍ਹ ਦੇ ਰੱਸਾ ਲੈ ਕੇ ਜਿਹੜਾ ਤੇਰੇ ਕੋਲ ਹੈ। ਚਾਰੇ ਰਿਸ਼ੀਆਂ ਨੂੰ ਜਿਹੜੇ 5-5 ਸਾਲ ਦੀ ਉਮਰ ਦੇ ਸਨ ਉਹਨਾਂ ਨੂੰ ਲੈ ਕੇ ਰੱਸਾ ਤੇ ਚਾਰਾਂ ਨੂੰ ਬੰਨ੍ਹ ਦਿੱਤਾ ਇੱਕ ਦਰਖਤ ਦੇ ਨਾਲ। ਤੇ ਘਰ ਵਿੱਚ ਪੁੱਛਣ ਚਲੇ ਗਿਆ। ਘਰ ਵਿੱਚ ਪੁੱਛਣ ਘੱਲਿਆ, ਅੰਤਕਾਲ ਹੈ ਕੋਈ ਸਾਡਾ, ਤੇ ਅੰਤਕਾਲ ਸਮੇਂ ਦੇ ਵਿੱਚ ਜਦੋਂ ਮੇਰੇ 'ਤੇ ਅੰਤ ਸਮਾਂ ਆਵੇਗਾ ਤੁਸੀਂ ਮੇਰਾ ਸਾਥ ਦੇਵੋਗੇ। ਇਹ ਘਰ ਜਾ ਕੇ ਪੁੱਛਣ ਭੇਜਿਆ। ਕੋੜ ਮੁੜਾ ਚੌਖਾਨੀਏ ਕੋਈ ਨਾ ਬੇਲੀ ਕਰਦੇ ਝਾੜਾ। ਸਾਰੇ ਇਹ ਆਖਦੇ ਹਨ। ਮਾਤਾ ਨੂੰ ਪੁੱਛਿਆ, ਉਹ ਵੀ ਇਹੀ ਆਖਦੀ ਹੈ ਕਿ ਪੁੱਤਰ ਅਸੀਂ ਤਾਂ ਖਾਣਾ ਹੈ। ਆਪਣੀ ਇਸਤਰੀ ਨੂੰ ਪੁੱਛਦੇ ਹਨ ਤੇ ਇਸਤਰੀ ਆਖਦੀ ਹੈ ਕਿ ਜਦੋਂ ਤੇਰੇ ਨਾਲ ਸ਼ਾਦੀ ਹੋਈ ਤਾਂ ਅੱਧੀ ਰੋਟੀ ਦੇਣ ਦਾ ਵਿਚਾਰ ਕੀਤਾ ਸੀ, ਮੇਰੇ ਨਾਲ ਵਾਅਦਾ ਕੀਤਾ ਸੀ, ਇਸ ਕਰਕੇ ਮੈਂ ਤਾਂ ਰੋਟੀ ਖਾਣੀ ਹੈ। ਬੱਚਿਆਂ ਨੂੰ ਪੁੱਛਿਆ ਤੇ ਬੱਚੇ ਕਹਿੰਦੇ ਆ ਪਿਤਾ ਜੀ ਜਿੱਥੋਂ ਮਰਜ਼ੀ ਖਿਲਾਓ, ਅਸੀਂ ਮਾੜੇ ਕੰਮਾਂ ਦਾ ਲੇਖਾ ਨਹੀਂ ਦੇਣਾ, ਇਹ ਤੁਹਾਡਾ ਕੰਮ ਹੈ ਕਿੱਥੋਂ ਲਿਆਉਣਾ ਹੈ ਕਿੱਥੋਂ ਖਿਲਾਉਣਾ ਹੈ। ਸੱਚ ਦਰੜਾਏ ਉਤਾਰੀਆਂ ਟੱਪ ਨਿਕੱਥਾ ਉੱਪਰ ਵਾੜਾ। ਮਨ ਨੂੰ ਸੱਟ ਵੱਜੀ ਕਿ ਜਿਹੜੇ ਰਿਸ਼ੀ ਆਖਦੇ ਹਨ ਉਹ ਬਿਲਕੁਲ ਸਹੀ ਆਖਦੇ ਹਨ। ਇਹ ਤਾਂ ਕੋਈ ਮਿੱਤਰ ਹੀ ਨਹੀਂ, ਕੋਈ ਸਾਥ ਨਹੀਂ ਦੇਵੇਗਾ ਤਾਂ ਮੈਂ ਇਹਨਾਂ ਦੀ ਚੋਰੀ ਕਰ ਕਰਕੇ, ਠੱਗੀ ਕਰ ਕਰਕੇ ਇਹਨਾਂ ਨੂੰ ਮੈਂ ਖਵਾਉਂਦਾ ਹਾਂ। ਇਹ ਤਾਂ ਬਹੁਤ ਮਾੜੀ ਗੱਲ ਹੈ, ਇਹਨਾਂ ਨੇ ਮੇਰਾ ਸਾਥ ਨਹੀਂ ਦੇਣਾ। ਸੱਚ ਨਿਕਲੀ ਗੱਲ। ਤੇ ਜਦੋਂ ਵਾਲਮੀਕ ਗਿਆ 'ਚ ਜਾ ਕੇ ਪੈਰਾਂ ਉੱਤੇ ਜਾ ਕੇ ਪੈ ਗਿਆ, ਉਹਨਾਂ ਦੇ ਮੱਥਾ ਟੇਕਿਆ, ਦੰਡਵਤ ਪ੍ਰਣਾਮ ਕੀਤੀ ਤੇ ਆਖਦਾ ਹੈ ਕਿ ਮਹਾਰਾਜ ਜੋ ਤੁਸੀਂ ਆਖਦੇ ਹੋ ਸੱਚ ਹੈ, ਮੈਂ ਤੁਹਾਡਾ ਚੇਲਾ ਹਾਂ, ਮੈਂ ਗਲਤੀ ਕੀਤੀ ਹੈ, ਮੈਨੂੰ ਉਪਦੇਸ਼ ਦੇਵੋ ਤੇ ਮੈਨੂੰ ਸੱਚ ਦੇ ਨਾਲ ਜੋੜੋ। ਸੱਚ ਦਰੜਾਏ ਉਦਾਰੀਆਂ ਟੱਪ ਨਿਕੱਥਾ ਉੱਪਰ ਵਾੜਾ। ਤੇ ਸੱਚ ਦੇ ਨਾਲ ਜੋੜ ਦਿੱਤਾ ਉਹਨੂੰ ਮਰਾ ਮਰਾ ਦਾ ਉਪਦੇਸ਼ ਕੀਤਾ। ਤੇ ਉੱਥੇ ਹੀ ਵਾਲਮੀਕ ਦੀ ਆਖਦੇ ਹਨ ਕਿ ਸਮਾਧੀ ਲੱਗ ਗਈ। ਜਦੋਂ ਸਮਾਧੀ ਲੱਗੀ ਤੇ ਉਹ ਉੱਥੋਂ ਚਲੇ ਗਏ ਰਾਮ ਰਾਮ ਜਪਾ ਕੇ। ਤੇ ਕਹਿੰਦੇ ਹਨ ਕਿ 10,000 ਸਾਲ ਬੀਤ ਗਏ ਸਤਯੁਗ ਦੇ। ਜਦੋਂ ਉੱਥੋਂ ਦੀ ਵਾਪਸ ਆਏ ਤਾਂ ਉੱਥੇ ਰਾਮ ਰਾਮ ਦੀ ਆਵਾਜ਼ ਆਉਂਦੀ ਹੈ, ਮਿੱਟੀ ਦੇ ਥੱਲਿਓਂ ਰਾਮ ਰਾਮ ਦੀ ਆਵਾਜ਼ ਆਉਂਦੀ ਹੈ। ਉੱਪਰ ਘਰ ਜੰਮਿਆ ਹੋਇਆ ਹੈ, ਬਰਮੀ ਹੈ, ਉੱਚੀ ਮਿੱਟੀ ਥੋੜ੍ਹਾ ਜਿਹਾ ਵੱਜਿਆ ਹੋਇਆ ਹੈ, ਥੱਲਿਓਂ ਰਾਮ ਰਾਮ ਦੀ ਆਵਾਜ਼ ਆਉਂਦੀ ਹੈ। ਤੇ ਜਦੋਂ ਅੰਤਰਦ੍ਰਿਸ਼ਟੀ ਹੋ ਕੇ ਦੇਖਿਆ ਤੇ ਇਹ ਦੇਖਿਆ ਕਿ ਇਹ ਤਾਂ ਸਾਡਾ ਚੇਲਾ ਹੈ। ਜਦੋਂ ਮਿੱਟੀ ਪੱਟ ਕੇ ਉਸ ਨੂੰ ਕੱਢਿਆ ਗਿਆ ਤੇ ਉਸ ਦੀ ਸਮਾਧੀ ਲੱਗੀ ਹੋਈ ਸੀ। ਤੇ ਕੀ ਹੋਇਆ ਕਿ ਗਿਆਨ ਹੋ ਚੁੱਕਿਆ ਸੀ। ਵਾਲਮੀਕ ਨੇ ਉੱਠ ਕੇ ਨਮਸਕਾਰ ਕੀਤੀ। ਕਹਿੰਦਾ ਹੈ ਕਿ ਮਹਾਰਾਜ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੀ ਕਦੋਂ ਸਮਾਧੀ ਲੱਗ ਗਈ, 10,000 ਸਾਲ ਬੀਤ ਗਏ। ਤੇ ਉਸ ਨੂੰ ਇਸ਼ਨਾਨ ਪਾਣੀ ਕਰਾ ਕੇ ਬਾਹਰ ਔਰ ਅੰਦਰ ਦਾ ਇੱਕ ਗਿਆਨ ਦੇ ਕੇ ਵਾਲਮੀਕ ਨੂੰ ਸਮਰੱਥ ਕਰ ਦਿੱਤਾ। ਸੱਚ ਦਰੜਾਏ ਉਦਾਰੀਆਂ ਟੱਪ ਨਿਕੱਥਾ ਉੱਪਰ ਵਾੜਾ। ਆਧਾਰ ਕਰ ਦਿੱਤਾ, ਸੰਸਾਰ ਸਾਗਰ ਨੂੰ ਟੱਪ ਗਿਆ, ਜਿਹੜਾ ਬੜਾ ਔਖਾ ਹੈ ਟੱਪਣਾ, ਪਰ ਸਤਿਗੁਰੂ ਦੀ ਕਿਰਪਾ ਹੋ ਗਈ। ਗੁਰਮੁਖ ਲੰਘੇ ਪਾਪ ਪਹਾੜਾ। ਤੇ ਗੁਰਮੁਖ ਬਣ ਗਿਆ ਉਹ ਵਾਲਮੀਕ ਰਿਸ਼ੀ ਤੇ ਪਾਪ ਦਾ ਪਹਾੜ ਜਿਹੜਾ ਸੀ ਉਹ ਲੰਘ ਗਿਆ ਤੇ ਉਸ ਦਾ ਕਲਿਆਣ ਹੋ ਗਿਆ। ਤੇ ਤ੍ਰੇਤਾ ਯੁੱਗ ਆਉਣ ਤੋਂ ਪਹਿਲਾਂ ਪਹਿਲਾਂ ਵਾਲਮੀਕ ਰਿਸ਼ੀ ਨੇ ਰਾਮਾਇਣ ਲਿਖੀ, ਜਿਹੜੀ ਕਿ ਲਵ ਤੇ ਕੁਸ਼ ਨੂੰ ਪੜ੍ਹਾਈ ਸੀਤਾ ਦੇ ਬਨਵਾਸ ਦੇ ਸਮੇਂ। ਸੀਤਾ ਦਾ ਉੱਥੇ ਰਹਿਣ ਦੇ ਸਮੇਂ ਦੇ ਵਿੱਚ 2 ਬਾਲਕਾਂ ਦਾ ਜਨਮ ਹੋਇਆ ਸੀ ਔਰ ਲਵ ਤੇ ਕੁਸ਼, ਉਹਨਾਂ ਦਾ ਨਾਮ ਵਾਲਮੀਕ ਰਿਸ਼ੀ ਨੇ ਰੱਖਿਆ। ਤੇ ਉਹ ਵਾਲਮੀਕ ਰਿਸ਼ੀ ਨੇ 10,000 ਸਾਲ ਪਹਿਲਾਂ ਹੀ ਰਾਮਾਇਣ ਦੀ ਰਚਨਾ ਕਰ ਦਿੱਤੀ ਸੀ। ਉਹੀ ਰਾਮਾਇਣ ਜਿਹੜੀ ਉਹ ਲਵ ਤੇ ਕੁਸ਼ ਨੂੰ ਪੜ੍ਹਾਈ ਤੇ ਗਿਆਨ ਦਿੱਤਾ, ਉਹੀ ਜੋ ਰਾਮਾਇਣ ਦਾ ਉਪਦੇਸ਼ ਲਵ ਤੇ ਕੁਸ਼ ਨੇ ਜਾ ਕੇ ਰਾਮ ਭਗਵਾਨ ਦੀ ਸਭਾ ਦੇ ਵਿੱਚ, ਰਾਜ ਦਰਬਾਰ ਦੇ ਵਿੱਚ ਜਾ ਕੇ ਦਿੱਤਾ ਤੇ ਮਾਣ ਇੱਜ਼ਤ ਪ੍ਰਾਪਤ ਕੀਤੀ। ਸੋ ਪਿਆਰੀ ਸਾਧ ਸੰਗਤ, ਕਰਮ ਕਿਸ ਤਰ੍ਹਾਂ ਦੇ ਵੀ ਹੋਣ, ਜਦੋਂ ਲਗਨ ਲੱਗ ਜਾਂਦੀ ਹੈ
ਤੇ ਪਾਰ ਉਤਾਰਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।